वाहिगुरू जी का खालसा वाहिगुरू जी की फतेह। बेटा ਆਪਾਂ ਪਹਿਲਾਂ ਪੜ੍ਹੇ ਸੀਗੇ ਕਿ ਜਿਹੜੇ ਗੁੱਗੇ ਦੇ ਨਾਲ ਸੰਬੰਧਿਤ ਜਾਂ ਸਰਪ ਪੂਜਾ ਦੇ ਨਾਲ ਸੰਬੰਧਿਤ ਮੇਲੇ ਆ ਉਹ ਕਿਹੜੇ-ਕਿਹੜੇ ਆ। ਹੁਣ ਅੱਜ ਆਪਾਂ ਪੜ੍ਹਦੇ ਹਾਂ ਕਿ ਦੇਵੀ ਮਾਤਾ ਦੇ ਨਾਲ ਸੰਬੰਧਿਤ ਮੇਲੇ ਜਿਹੜੇ ਉਹਨਾਂ ਦਾ ਕਦੋਂ ਰਿਵਾਜ ਪੈਦਾ ਹੋਇਆ, ਕਿਸ ਚੀਜ਼ ਵਾਸਤੇ ਉਹ ਮੇਲੇ ਮਨਾਏ ਜਾਂਦੇ ਆ ਤੇ ਕਿਸ ਜਗ੍ਹਾ ਦੇ ਉੱਤੇ ਜਿਹੜਾ ਵਾ ਮਾਤਾ ਦੇ ਮੇਲੇ ਜਿਹੜੇ ਉਹ ਲੱਗਦੇ। ਸਭ ਤੋਂ ਪਹਿਲਾਂ ਆਪਾਂ ਵੇਖਦੇ ਹਾਂ ਕਿ ਜਿਹੜੇ ਦੇਵੀ ਮਾਤਾ ਦੇ ਨਾਲ ਸੰਬੰਧਿਤ ਮੇਲੇ ਆ ਉਹ ਕਿਉਂ ਮਨਾਏ ਜਾਂਦੇ ਕਿ ਦੇਵੀ ਮਾਤਾ ਜਿਹੜੀ ਹੈਗੀ ਉਹ ਕ੍ਰੋਧਿਤ ਨਾ ਹੋ ਜਾਵੇ, ਉਹਦਾ ਕਰੋਪ ਜਿਹੜਾ ਵਾ ਉਹ ਲੋਕਾਂ ਨੂੰ ਸਹਿਣਾ ਨਾ ਪਵੇ। ਇਸ ਕਰਕੇ ਉਹ ਡਰ ਜਾਂ ਭੈ ਕਰਕੇ ਦੇਵੀ ਮਾਤਾ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਹੀ, ਪਤਿਆਉਣ ਦੀ ਜਾਂ ਰਿਝਾਉਣ ਦੀ ਕੋਸ਼ਿਸ਼ ਕਰਦੇ ਸੀ ਕਿ ਦੇਵੀ ਮਾਤਾ ਜਿਹੜੀ ਉਹ ਖੁਸ਼ ਹੋ ਜੂਗੀ ਅਤੇ ਸਾਡੇ ਘਰ ਪਰਿਵਾਰ ਦੇ ਵਿੱਚ ਜਿਹੜਾ ਉਹ ਕਿਸੇ ਕਿਸਮ ਦਾ ਵੀ ਕੋਈ ਕ੍ਰੋਧ ਜਾਂ ਕਰੋਪੀ ਜਿਹੜੀ ਉਹ ਨਹੀਂ ਲੈ ਕੇ ਆਊਗੀ। ਸੋ ਇਸ ਕਰਕੇ ਦੇਵੀ ਮਾਤਾ ਦੇ ਮੇਲੇ ਜਿਹੜੇ ਉਹ ਲੱਗਣੇ ਸ਼ੁਰੂ ਹੋ ਗਏ ਤਾਂ ਕਿ ਦੇਵੀ ਮਾਤਾ ਨੂੰ ਖੁਸ਼ ਕੀਤਾ ਜਾ ਸਕੇ ਅਤੇ ਉਹ ਆਪਣੇ ਘਰ ਦੇ ਵਿੱਚ ਲੋਕ ਸੁਖੀ ਵਸ ਸਕਣ। ਦੇਵੀ ਮਾਤਾ ਦੀ ਪੂਜਾ ਜਿਹੜੀ ਉਹ ਮੁੱਢ ਕਦੀਮ ਤੋਂ ਹੀ ਚੱਲੀ ਆ ਰਹੀ ਆ। ਮੁੱਢ ਕਦੀਮ ਦਾ ਮਤਲਬ ਹੁੰਦਾ ਕਿ ਪੁਰਾਣੇ ਸਮੇਂ ਤੋਂ ਜਾਂ ਕਾਫੀ ਸਮੇਂ ਤੋਂ ਮੋਹਿੰਜੋਦੜੋ ਅਤੇ ਹੜੱਪਾ ਦੀ ਖੁਦਾਈ ਵਿੱਚੋਂ ਜਿਹੜੀਆਂ ਮੂਰਤੀਆਂ ਮਿਲੀਆਂ ਹੈਗੀਆਂ ਉਹਨਾਂ ਵਿੱਚੋਂ ਦੇਵੀ ਮਾਤਾ ਦੇ ਨਾਲ ਸੰਬੰਧਿਤ ਵੀ ਮੂਰਤੀਆਂ ਜਿਹੜੀਆਂ ਉਹ ਦਿਖਾਈ ਦਿੱਤੀਆਂ। ਹੁਣ ਜੇ ਗੱਲ ਕਰੀਏ ਕਿ ਦੇਵੀ ਮਾਤਾ ਦੀ ਪੂਜਾ ਜਿਹੜੀ ਉਹ ਕਿੰਨਾ ਇਲਾਕਿਆਂ 'ਚ ਹੁੰਦੀ ਆ ਅਤੇ ਇਹਦੇ ਵਿੱਚ ਵੇਖਣ 'ਚ ਆਉਂਦਾ ਕਿ ਜਿਹੜੇ ਪਹਾੜੀ ਇਲਾਕੇ ਆ ਉਹਨਾਂ ਵਿੱਚ ਦੇਵੀ ਮਾਤਾ ਦੀ ਪੂਜਾ ਵਧੇਰੇ ਹੁੰਦੀ ਆ, ਜਦ ਕਿ ਮੈਦਾਨੀ ਇਲਾਕਿਆਂ ਦੇ ਵਿੱਚ ਇਹ ਰਿਵਾਜ਼ ਜਿਹੜਾ ਉਹ ਘੱਟ ਪ੍ਰਚਲਿਤ ਆ। ਹੁਣ ਜਿੰਨੀਆਂ ਵੀ ਦੇਵੀਆਂ ਹੋਈਆਂ ਜਿਵੇਂ ਜਵਾਲਾ ਜੀ, ਚਿੰਤਪੁਰਨੀ, ਨੈਣਾ ਦੇਵੀ, ਮਨਸਾ ਦੇਵੀ, ਇਹਨਾਂ ਸਾਰਿਆਂ ਦੇ ਸਥਾਨ ਜਿਹੜੇ ਆ ਉਹ ਲਗਭਗ ਪਹਾੜੀ ਇਲਾਕਿਆਂ 'ਚ ਹੀ ਆ ਅਤੇ ਇਹਨਾਂ ਇਲਾਕਿਆਂ ਦੇ ਵਿੱਚ ਚੇਤ ਅਤੇ ਅੱਸੂ ਦੇ ਮਹੀਨਿਆਂ ਵਿੱਚ ਜਦੋਂ ਨਰਾਤੇ ਆਉਂਦੇ ਆ ਉਹਨਾਂ ਦਿਨਾਂ ਦੇ ਵਿੱਚ ਭਾਰੀ ਮੇਲੇ ਜਿਹੜੇ ਉਹ ਮਨਾਏ ਜਾਂਦੇ ਆ। ਸਾਲ ਦੇ ਵਿੱਚ 2 ਵਾਰ ਨਰਾਤੇ ਆਉਂਦੇ ਆ, ਇੱਕ ਚੇਤ ਦੇ ਮਹੀਨੇ ਦੇ ਵਿੱਚ, ਇੱਕ ਅੱਸੂ ਦੇ ਮਹੀਨੇ 'ਚ। ਨਰਾਤਿਆਂ ਦਾ ਮਤਲਬ ਹੁੰਦਾ ਨਵਰਾਤਰੇ ਜਾਂ 9 ਜਿਹੜੀਆਂ ਰਾਤਾਂ ਜਾਂ 9 ਦਿਨ ਜਿਹੜੇ ਉਹ ਨਰਾਤਿਆਂ ਦੇ ਰਾਖਵੇਂ ਰੱਖੇ ਜਾਂਦੇ। ਨਰਾਤਿਆਂ ਨੂੰ ਖੁਸ਼ੀ ਦਾ ਸੂਚਕ ਮੰਨਿਆ ਜਾਂਦਾ ਅਤੇ ਸਾਰੇ ਸ਼ੁਭ ਕੰਮ ਜਿਹੜੇ ਉਹ ਨਰਾਤਿਆਂ ਦੇ ਵਿੱਚ ਕੀਤੇ ਜਾਂਦੇ ਆ। ਹਾਂਜੀ ਬੇਟਾ, ਦੇਵੀ ਮਾਤਾ ਦਾ ਜਿਹੜਾ ਸਭ ਤੋਂ ਪਹਿਲਾ ਮੇਲਾ ਆਪਾਂ ਪੜ੍ਹਨ ਲੱਗੇ ਉਹ ਹੈਗਾ ਜਰਗ ਦਾ ਮੇਲਾ। ਜਰਗ ਜਿਹੜਾ ਇੱਕ ਸਥਾਨ ਆ, ਇਹ ਮੇਲਾ ਚੇਤ ਦੇ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ ਜਰਗ ਪਿੰਡ ਵਿੱਚ ਸੀਤਲਾ ਦੇਵੀ ਨੂੰ ਪਤਿਆਉਣ, ਰਿਝਾਉਣ ਜਾਂ ਖੁਸ਼ ਕਰਨ ਲਈ ਲੱਗਦਾ ਹੈ। ਸੋ ਕਦੋਂ ਇਹ ਮੇਲਾ ਲੱਗਦਾ ਆ? ਚੇਤ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ। ਜਗ੍ਹਾ ਕਿਹੜੀ ਆ? ਜਰਗ ਜਿਹੜਾ ਪਿੰਡ ਆ ਉੱਥੇ ਸੀਤਲਾ ਦੇਵੀ ਜਿਹੜੀ ਆ ਉਹਨੂੰ ਖੁਸ਼ ਕਰਨ ਵਾਸਤੇ ਮੇਲਾ ਜਿਹੜਾ ਉਹ ਲਗਾਇਆ ਜਾਂਦਾ। ਲੋਕਾਂ ਦਾ ਵਿਸ਼ਵਾਸ ਆ ਕਿ ਬੱਚਿਆਂ ਨੂੰ ਜਿਹੜੇ ਚੇਚਕ ਦੇ ਦਾਣੇ ਨਿਕਲਦੇ ਆ ਉਹ ਸੀਤਲਾ ਦੇਵੀ ਦੇ ਬੱਚਿਆਂ ਦੇ ਅੰਦਰ ਪ੍ਰਵੇਸ਼ ਕਰਨ ਦੇ ਨਾਲ ਨਿਕਲਦੇ ਆ ਅਤੇ ਜੇਕਰ ਸੀਤਲਾ ਦੇਵੀ ਨੂੰ ਖੁਸ਼ ਕਰ ਦਿੱਤਾ ਜਾਵੇ ਅਤੇ ਫਿਰ ਜਿਹੜਾ ਵਾ ਉਹਨਾਂ ਦੇ ਬੱਚੇ ਅਰੋਗ ਹੋ ਸਕਦੇ ਆ, ਉਹਨਾਂ ਨੂੰ ਕਿਸੇ ਕਿਸਮ ਦੇ ਚੇਚਕ ਦੇ ਦਾਣੇ ਜਿਹੜੇ ਉਹ ਨਹੀਂ ਨਿਕਲਣਗੇ। ਸੋ ਸੀਤਲਾ ਦੇਵੀ ਨੂੰ ਖੁਸ਼ ਰੱਖਣ ਲਈ ਲੋਕਾਂ ਵੱਲੋਂ ਕਈ ਤਰ੍ਹਾਂ ਦੀਆਂ ਰੱਖਾਂ ਅਤੇ ਉਪਾਅ ਜਿਹੜੇ ਉਹ ਕੀਤੇ ਜਾਂਦੇ ਆ। ਜਿਨ੍ਹਾਂ ਮਾਵਾਂ ਦੇ ਬੱਚੇ ਫਿਰ ਇਸ ਰੋਗ ਤੋਂ ਮੁਕਤ ਹੋ ਜਾਂਦੇ ਆ ਉਹ ਉਚੇਚੇ ਤੌਰ ਉੱਤੇ ਜਰਗ ਦੇ ਮੇਲੇ ਦੇ ਉੱਤੇ ਸੁੱਖਣਾ ਦੇਣ ਆਉਂਦੀਆਂ, ਭਾਵ ਕਿ ਸੁੱਖ ਲੈਂਦੀਆਂ ਉਹ ਕਿ ਉਹਨਾਂ ਦੇ ਬੱਚੇ ਜਿਹੜੇ ਉਹ ਚੇਚਕ ਦੀ ਬਿਮਾਰੀ ਤੋਂ ਤੰਦਰੁਸਤ ਹੋ ਜਾਣ ਅਤੇ ਫਿਰ ਉਹ ਜਰਗ ਦੇ ਮੇਲੇ ਦੇ ਵਿੱਚ ਜਿਹੜੇ ਉਹ ਸੁੱਖਣਾ ਦੇਣ ਆਉਣ। ਕਿ ਦੱਸਿਆ ਗਿਆ ਕਿ ਜਰਗ ਦਾ ਮੇਲਾ ਜਿਹੜਾ ਉਹ ਕਿੱਥੇ ਲੱਗਦਾ ਆ? ਜਰਗ ਪਿੰਡ ਦੇ ਵਿੱਚ ਲੱਗਦਾ ਆ। ਇੱਕ ਟੋਬੇ ਦਾ ਮਤਲਬ ਸਮਝਦੇ ਕਿ ਪਾਣੀ ਦਾ ਜਿਹੜਾ ਕੋਈ ਸੋਮਾ ਆ, ਠੀਕ ਹੈ, ਛੋਟਾ ਜਿਹਾ ਤਲਾਅ ਜਾਂ ਸਰੋਵਰ ਜਾਂ ਛੱਪੜ ਦੇ ਰੂਪ ਦੇ ਵਿੱਚ। ਸੋ ਜਰਗ ਦਾ ਮੇਲਾ ਜਰਗ ਪਿੰਡ ਦੇ ਵਿੱਚ ਇੱਕ ਟੋਬੇ ਦੇ ਦੁਆਲੇ ਲੱਗਦਾ। ਮਾਤਾ ਦੀ ਪੂਜਾ ਕਰਨ ਵਾਲੇ ਜਿੰਨੇ ਵੀ ਸ਼ਰਧਾਲੂ ਹੁੰਦੇ ਆ ਉਹ ਉਸ ਟੋਬੇ ਦੇ ਵਿੱਚੋਂ ਮਿੱਟੀ ਕੱਢ ਕੇ ਅਤੇ ਇੱਕ ਮਟੀਲਾ ਬਣਾ ਲੈਂਦੇ। ਮਿੱਟੀ ਦਾ ਬਣੀ ਜਿਹੜੀ ਆਕ੍ਰਿਤੀ ਹੁੰਦੀ ਉਹਨੂੰ ਮਟੀਲਾ ਕਿਹਾ ਜਾਂਦਾ। ਇਸ ਮਟੀਲੇ ਨੂੰ ਮਾਤਾ ਦਾ ਰੂਪ ਮੰਨ ਲਿਆ ਜਾਂਦਾ ਅਤੇ ਉਸ ਮਟੀਲੇ ਦੇ ਆਲੇ ਦੁਆਲੇ ਮਤਲਬ ਉਸ ਮਟੀਲੇ ਨੂੰ ਮਾਤਾ ਦਾ ਰੂਪ ਮੰਨ ਕੇ ਉਹਦੇ ਅੱਗੇ ਭੇਟਾਂ ਜਿਹੜੀਆਂ ਉਹ ਚੜ੍ਹਾਈਆਂ ਜਾਂਦੀਆਂ। ਇਸ ਮੇਲੇ ਵਿੱਚ ਦੇਵੀ ਮਾਤਾ ਨੂੰ ਬੈੜੀਏ ਜਾਂ ਬਹਿ ਗੁਲਗੁਲੇ ਜਿਹੜੇ ਉਹ ਭੇਟ ਕੀਤੇ ਜਾਂਦੇ ਆ। ਹੁਣ ਜਿਹੜੀ ਦੇਵੀ ਮਾਤਾ ਆ ਉਹਨੂੰ ਭੇਟ ਦੇ ਰੂਪ ਵਿੱਚ ਕੀ ਦਿੱਤਾ ਜਾਂਦਾ ਆ? ਇਲਾਕਾਈ ਭਾਸ਼ਾ ਜਿਹੜੀ ਉਹ ਵੱਖਰੀ ਆ, ਕਿਤੇ ਜਿਹੜਾ ਗੁਲਗੁਲੇ ਕਿਹਾ ਜਾਂਦਾ, ਕਿਤੇ ਇਹਨਾਂ ਨੂੰ ਬੈੜੀਏ ਕਿਹਾ ਜਾਂਦਾ। ਸੋ ਇਸ ਮੇਲੇ ਨੂੰ ਬੈੜੀਏ ਦਾ ਮੇਲਾ ਵੀ ਕਿਹਾ ਜਾਣ ਲੱਗ ਪਿਆ ਕਿਉਂਕਿ ਇੱਥੇ ਬਹੁਤੀ ਮਾਤਰਾ ਦੇ ਵਿੱਚ ਲੋਕ ਜਿਹੜੇ ਆ ਜਾਂ ਸ਼ਰਧਾਲੂ ਜਿਹੜੇ ਉਹ ਦੇਵੀ ਮਾਤਾ ਨੂੰ ਬੈੜੀਏ ਜਾਂ ਗੁਲਗੁਲੇ ਚੜ੍ਹਾਉਣ ਆਉਂਦੇ, ਜਿਸ ਕਰਕੇ ਇਹਦਾ ਨਾਂ ਹੀ ਬੈੜੀਏ ਦਾ ਮੇਲਾ ਵੀ ਪੈ ਗਿਆ। ਜਿਨ੍ਹਾਂ ਲੋਕਾਂ ਨੇ ਸੁੱਖਾਂ ਸੁੱਖੀਆਂ ਹੁੰਦੀਆਂ ਉਹਨਾਂ ਦੁਆਰਾ ਮੇਲੇ ਦੀ ਪੂਰਵ ਸੰਧਿਆ ਨੂੰ ਮਾਈ ਦੀ ਭੇਟਾ ਵਾਸਤੇ ਗੁਲਗੁਲੇ ਪਕਾ ਲਏ ਜਾਂਦੇ ਆ।
ਸਭ ਤੋਂ ਪਹਿਲਾਂ ਸੀਤਲਾ ਦੇਵੀ ਦਾ ਜਿਹੜਾ ਵਾਹਨ ਖੋਤਾ ਆ, ਮਤਲਬ ਜਿਸ ਜਾਨਵਰ ਦੇ ਉੱਪਰ ਸੀਤਲਾ ਦੇਵੀ ਜਿਹੜੀ ਉਹ ਸਵਾਰੀ ਕਰਦੀ ਹੈ, ਉਸ ਖੋਤੇ ਨੂੰ ਸਭ ਤੋਂ ਪਹਿਲਾਂ ਇਹ ਗੁਲਗੁਲੇ ਭੇਟ ਕੀਤੇ ਜਾਂਦੇ ਆ, ਫਿਰ ਬਾਕੀ ਸੰਗਤ ਦੇ ਵਿੱਚ ਇਹਨਾਂ ਨੂੰ ਵਰਤਾਇਆ ਜਾਂਦਾ ਹੈ। ਇਸ ਮੇਲੇ ਵਿੱਚ ਖੋਤਿਆਂ ਦੀ ਵੀ ਬੜੀ ਕਦਰ ਹੁੰਦੀ ਆ। ਕਦਰ ਹੋਣ ਦਾ ਕਾਰਨ ਇਹ ਆ ਕਿ ਇਹਨਾਂ ਨੂੰ ਸੀਤਲਾ ਦੇਵੀ ਦਾ ਵਾਹਨ ਜਿਹੜਾ ਉਹ ਸਮਝਿਆ ਜਾਂਦਾ ਹੈ। ਸੋ ਲੋਕੀ ਇਹਨਾਂ ਨੂੰ ਸੀਤਲਾ ਮਾਈ ਦਾ ਵਾਹਨ ਹੋਣ ਕਰਕੇ ਪੂਜਦੇ ਆ, ਗੁਲਗੁਲੇ ਤੇ ਛੋਲੇ ਆਦਿ ਭੇਟ ਕਰਦੇ ਆ। ਜਿਹੜੇ ਉਸ ਇਲਾਕੇ ਦੇ ਘੁਮਿਆਰ ਹੁੰਦੇ ਉਹ ਆਪੋ ਆਪਣੇ ਖੋਤਿਆਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਸਜਾ ਕੇ ਸ਼ਿੰਗਾਰ ਕੇ ਉਸ ਮੇਲੇ ਦੇ ਵਿੱਚ ਲੈ ਕੇ ਆਉਂਦੇ ਆ। ਕਈ ਤਰੀਕਿਆਂ ਦੇ ਨਾਲ ਇਹਨਾਂ ਨੂੰ ਸ਼ਿੰਗਾਰਿਆ ਜਾਂਦਾ, ਜਿਵੇਂ ਘੋਗਿਆਂ, ਕੌਡੀਆਂ ਤੇ ਮੋਤੀਆਂ ਨਾਲ ਜੜੀਆਂ ਵੰਨ ਸੁਵੰਨੀਆਂ ਝੁੱਲਾਂ ਜਿਹੜੀਆਂ ਇਹਨਾਂ ਖੋਤਿਆਂ ਉੱਪਰ ਪਾਈਆਂ ਜਾਂਦੀਆਂ, ਤਾਂ ਕਿ ਉਹ ਸਜਾ ਸਵਾਰ ਕੇ ਉਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਮੇਲੇ ਵਿੱਚ ਲਿਆ ਸਕਣ। ਹਾਂਜੀ ਬੇਟਾ, ਦੇਵੀ ਮਾਤਾ ਦੇ ਮੇਲਿਆਂ ਤੋਂ ਬਾਅਦ ਹੈਗੇ ਆ ਮੁਸਲਮਾਨ ਪੀਰਾਂ ਫਕੀਰਾਂ ਦੀ ਸ਼ਰਧਾ ਵਿੱਚ ਮਨਾਏ ਜਾਣ ਵਾਲੇ ਜਿਹੜੇ ਮੇਲੇ ਹੋ। ਕੀ ਦੱਸਿਆ ਗਿਆ ਇਹਨਾਂ ਬਾਰੇ ਕਿ ਪੰਜਾਬੀਆਂ ਦੇ ਦਿਲਾਂ ਵਿੱਚ ਪੀਰਾਂ ਫਕੀਰਾਂ ਵਾਸਤੇ ਬੇਹੱਦ ਸ਼ਰਧਾ ਭਰੀ ਆ। ਮੰਨਿਆ ਜਾਂਦਾ ਕਿ ਪੀਰਾਂ ਫਕੀਰਾਂ ਵਿੱਚ ਇੱਕ ਕਣੀ ਹੁੰਦੀ ਆ। ਕਣੀ ਦਾ ਮਤਲਬ ਇੱਕ ਸ਼ਕਤੀ, ਜਿਸ ਦਾ ਕੁਝ ਅੰਸ਼ ਉਹਨਾਂ ਵਿੱਚ ਸ਼ਰਧਾ ਰੱਖਣ ਵਾਲੇ ਜਿਹੜੇ ਉਹਨਾਂ ਦੇ ਮੁਰੀਦ ਜਾਂ ਚੇਲੇ ਆ ਉਹਨਾਂ ਵਿੱਚ ਵੀ ਆ ਜਾਂਦਾ ਆ। ਸੋ ਜੋ ਵੀ ਗੱਲ ਫਿਰ ਉਹ ਕਹਿ ਦੇਣ ਤੇ ਉਹ ਸਹਿਜ ਸੁਭਾਈ ਪੂਰੀ ਹੋ ਜਾਂਦੀ ਆ। ਫਿਰ ਲੋਕਾਂ ਦੇ ਉਹ ਸੰਕਟ ਜਾਂ ਦੁੱਖ ਜਿਹੜੇ ਉਹ ਦੂਰ ਕਰਨੇ ਸ਼ੁਰੂ ਕਰ ਦਿੰਦੇ ਆ। ਇਹੋ ਜਿਹੇ ਮੇਲੇ ਜਿਹੜੇ ਉਹ ਕਿੱਥੇ ਲੱਗਦੇ ਆ? ਖਾਨਗਾਹਾਂ ਉੱਪਰ, ਹੁਜਰਿਆਂ ਦੇ ਉੱਪਰ ਤੇ ਤਕੀਆਂ ਦੇ ਉੱਤੇ। ਹੁਣ ਖਾਨਗਾਹ, ਹੁਜਰੇ ਤੇ ਤਕੀਏ, ਅੱਗੋਂ ਤੁਹਾਨੂੰ ਇਹਦੇ ਅਰਥ ਦੱਸੂਗੀ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਮੁਸਲਮਾਨਾਂ ਦੇ ਡੇਰਿਆਂ ਦੇ ਨਾਲ ਸੰਬੰਧਿਤ ਆ। ਠੀਕ ਆ, ਜਿੱਥੇ ਬੈਠ ਕੇ ਉਹ ਭਗਤੀ ਕਰਦੇ ਆ, ਜਾਂ ਮਤਲਬ ਉਹਨਾਂ ਦੇ ਇੱਕ ਡੇਰਾ ਹੀ ਆਪਾਂ ਕਹਿ ਸਕਦੇ ਇਹਨਾਂ ਨੂੰ। ਖਾਨਗਾਹਾਂ ਪੀਰਾਂ ਦੀਆਂ ਜਿਹੜੀਆਂ ਵਾ ਕਬਰਾਂ ਹੁੰਦੀਆਂ, ਜਿਨ੍ਹਾਂ ਦੇ ਆਲੇ ਦੁਆਲੇ ਦਰਖਤਾਂ ਦੀਆਂ ਝਿੜੀਆਂ ਬਣੀਆਂ ਹੁੰਦੀਆਂ। ਸਭ ਤੋਂ ਪਹਿਲਾਂ ਇਹਨਾਂ ਨੇ ਕਲੀਅਰ ਕੀਤਾ ਕਿ ਖਾਨਗਾਹ ਕੀ ਹੁੰਦੀ ਆ। ਖਾਨਗਾਹ ਜਿਹੜੀ ਉਹ ਪੀਰਾਂ ਦੀ ਕਬਰ ਹੁੰਦੀ ਹੈ, ਜਿੱਥੇ ਕੋਈ ਪੀਰ ਜਿਹੜਾ ਵਾ ਉਹ ਜਦੋਂ ਮਤਲਬ ਸਮਾ ਜਾਂਦੇ ਆ ਤੇ ਉਸ ਕਬਰ ਦੇ ਵਿੱਚ ਉਹਨਾਂ ਨੂੰ ਦਫਨਾਇਆ ਜਾਂਦਾ ਤੇ ਉਸ ਜਗ੍ਹਾ ਦੇ ਉੱਤੇ ਇੱਕ ਯਾਦਗਾਰ ਬਣਾਈ ਜਾਂਦੀ, ਜਿਹਨੂੰ ਖਾਨਗਾਹ ਕਿਹਾ ਜਾਂਦਾ। ਮੋਸਟਲੀ ਇਹੋ ਜਿਹੀਆਂ ਖਾਨਗਾਹਾਂ ਜਿਹੜੀਆਂ ਉਸ ਜਗ੍ਹਾ ਦੇ ਉੱਤੇ ਹੁੰਦੀਆਂ ਜਿੱਥੇ ਖਾਲੀ ਜਗ੍ਹਾ ਹੋਵੇ ਤੇ ਦਰਖਤਾਂ ਦੇ ਆਲੇ ਦੁਆਲੇ ਚਿੜੀਆਂ ਹੋਣ। ਖਾਨਗਾਹਾਂ ਹੁਜਰਿਆਂ ਤੇ ਤਕੀਆਂ ਦੇ ਉੱਤੇ। ਹੁਜਰੇ ਤੇ ਤਕੀਆ ਸ਼ਬਦ ਦਾ ਭਾਵ ਉਹ ਆ ਕਿ ਜਿੱਥੇ ਬੈਠ ਕੇ ਉਹ ਜਿਹੜਾ ਵਾ ਪ੍ਰਵਚਨ ਕਰਦੇ ਆ ਜਾਂ ਭਜਨ ਬੰਦਗੀ ਕਰਦੇ ਆ। ਸੋ ਇਹਨਾਂ ਡੇਰਿਆਂ ਦੇ ਵਿੱਚ ਜਿਹੜੇ ਮਤਲਬ ਲੋਕ ਆ ਉਹ ਆਉਂਦੇ ਆ, ਉਹਨਾਂ ਦੇ ਵਿੱਚ ਕਾਫੀ ਧਾਰਮਿਕ ਸ਼ਰਧਾ ਹੁੰਦੀ ਆ। ਉਹ ਪੀਰਾਂ ਫਕੀਰਾਂ ਪ੍ਰਤੀ ਆਦਰ ਭਾਵ ਜਿਹੜਾ ਉਹ ਰੱਖਦੇ ਆ। ਇਹਨਾਂ ਵਿੱਚ ਸਭ ਧਰਮਾਂ ਦੇ ਲੋਕ ਜਿਹੜੇ ਉਹ ਸ਼ਾਮਿਲ ਹੁੰਦੇ ਆ। ਜ਼ਰੂਰੀ ਨਹੀਂ ਕਿ ਮੁਸਲਮਾਨ ਲੋਕ ਹੀ ਆਉਣ, ਹਰ ਫਿਰਕੇ ਦੇ ਲੋਕ ਜਿਹੜੇ ਇੱਥੇ ਆਉਂਦੇ ਆ। ਇਹ ਮੇਲੇ ਪੰਜਾਬੀਆਂ ਦੇ ਸਾਂਝੇ ਸੱਭਿਆਚਾਰ ਤੇ ਏਕਤਾ ਦਾ ਹੁੰਗਾਰਾ ਭਰਦੇ ਆ। ਇਹੋ ਜਿਹੇ ਜਿਹੜੇ ਪੀਰਾਂ ਫਕੀਰਾਂ ਨਾਲ ਸੰਬੰਧਿਤ ਬਹੁਤੇ ਮੇਲੇ ਆ, ਸੂਫੀ ਫਕੀਰਾਂ ਨਾਲ ਸੰਬੰਧ ਰੱਖਦੇ ਆ। ਸੂਫੀ ਜਿਹੜਾ ਮੁਸਲਮਾਨਾਂ ਦੇ ਵਿੱਚ ਇੱਕ ਫਿਰਕਾ ਆ, ਮਤਲਬ ਇੱਕ ਅਲੱਗ, ਜਿਵੇਂ ਕਹਿ ਲਓ ਕਿ ਸਿੱਖਾਂ ਦੇ ਵਿੱਚ ਵੀ ਕੁਛ ਅੰਮ੍ਰਿਤਧਾਰੀ ਆ, ਕੁਛ ਸਹਿਜਧਾਰੀ ਆ। ਇਸੇ ਤਰ੍ਹਾਂ ਹੀ ਮੁਸਲਮਾਨ ਜਿਹੜੇ ਉਹਨਾਂ ਦੇ ਵਿੱਚ ਕੁਛ ਸੂਫੀ ਫਕੀਰ ਆ। ਸੋ ਸੂਫੀ ਫਕੀਰਾਂ ਦੇ ਨਾਲ ਸੰਬੰਧਿਤ ਮੇਲੇ ਜਿਹੜੇ ਉਹ ਜ਼ਿਆਦਾ ਮਨਾਏ ਜਾਂਦੇ ਆ। ਅੱਗੇ ਦੱਸਿਆ ਗਿਆ ਕਿ ਸੂਫੀ ਫਕੀਰਾਂ ਦੇ ਨਾਲ ਜਿਹੜੇ ਸੰਬੰਧਿਤ ਮੇਲੇ ਉਹ ਕਿੱਥੇ ਕਿੱਥੇ ਮਨਾਏ ਜਾਂਦੇ ਆ। ਜਗਰਾਵਾਂ ਦੀ ਰੋਸ਼ਨੀ ਦਾ ਮੇਲਾ, ਇਹ ਜਗਰਾਵਾਂ ਦੇ ਵਿੱਚ ਮਨਾਇਆ ਜਾਂਦਾ। ਕਿਹਦੀ ਯਾਦ 'ਚ ਮਨਾਉਂਦੇ ਆ? ਪ੍ਰਸਿੱਧ ਸੂਫੀ ਫਕੀਰ ਅਬਦੁਲ ਕਾਦਰ ਜਿਲਾਨੀ ਦੀ ਕਬਰ ਉੱਪਰ। ਕਦੋਂ ਮਨਾਇਆ ਜਾਂਦਾ ਆ? 14, 15 ਤੇ 16 ਫੱਗਣ ਨੂੰ। ਇਹ ਮੇਲਾ ਮੁਸਲਮਾਨੀ ਰੰਗ ਦਾ ਆ, ਪਰ ਜ਼ਰੂਰੀ ਨਹੀਂ ਕਿ ਇੱਥੇ ਮੁਸਲਮਾਨ ਹੀ ਆਉਂਦੇ ਹੋਣ। ਇਲਾਕੇ ਦੇ ਹਿੰਦੂ, ਸਿੱਖ ਜਾਂ ਕਿਸੇ ਵੀ ਧਰਮ ਦੇ ਲੋਕ ਜਿਹੜੇ ਉਹ ਹੁਮਾ ਕੇ ਸ਼ਾਮਿਲ ਹੁੰਦੇ ਆ। ਦੇਸ਼ ਦੀ ਵੰਡ ਤੋਂ ਬਾਅਦ, ਮੁਸਲਮਾਨਾਂ ਦੇ ਪੰਜਾਬ ਵਿੱਚੋਂ ਚਲੇ ਜਾਣ ਤੋਂ ਬਾਅਦ ਇਹ ਮੇਲਾ ਜਿਹੜਾ ਵਾ ਉਸੇ ਹੀ ਜੋਸ਼ੋ ਖਰੋਸ਼ ਦੇ ਨਾਲ ਲਗਾਤਾਰ ਹੁਣ ਤੱਕ ਲੱਗਦਾ ਆ ਰਿਹਾ। ਇਸ ਮੇਲੇ ਦਾ ਨਾਂ ਰੋਸ਼ਨੀ ਦਾ ਮੇਲਾ ਕਿਉਂ ਪਿਆ? ਕਿਉਂਕਿ ਪੀਰ ਦੀ ਕਬਰ ਉੱਪਰ ਅਨੇਕਾਂ ਚਿਰਾਗ ਜਿਹੜੇ ਉਹ ਬਾਲੇ ਜਾਂਦੇ। ਚਿਰਾਗ ਦਾ ਮਤਲਬ ਹੁੰਦਾ ਦੀਵੇ, ਤੇ ਇਹਨਾਂ ਚਿਰਾਗਾਂ ਦੀ ਰੋਸ਼ਨੀ ਜਿਹੜੀ ਉਹ ਕਾਫੀ ਦੂਰ ਦੂਰ ਤੋਂ ਵਿਖਾਈ ਦਿੰਦੀ ਸੀ, ਇੱਕ ਅਲੌਕਿਕ ਦ੍ਰਿਸ਼ ਪੇਸ਼ ਕਰਦੀ ਸੀ। ਇਸ ਕਰਕੇ ਇਸ ਮੇਲੇ ਦਾ ਨਾਂ ਹੀ ਜਿਹੜਾ ਉਹ ਰੋਸ਼ਨੀ ਦਾ ਮੇਲਾ ਪੈ ਗਿਆ। ਫਿਰ ਉਸ ਤੋਂ ਬਾਅਦ ਮਲੇਰਕੋਟਲੇ ਵਿੱਚ ਹੈਦਰ ਸ਼ੇਖ ਦੇ ਮਕਬਰੇ ਦੇ ਉੱਤੇ ਨਿਮਾਣੀ ਇਕਾਦਸ਼ੀ ਨੂੰ ਇੱਕ ਮੇਲਾ ਲੱਗਦਾ ਹੈ। ਫਿਰ ਮਲੇਰਕੋਟਲੇ ਵਿੱਚ ਹੀ ਪੋਹ ਦੇ ਪਹਿਲੇ ਵੀਰਵਾਰ ਨੂੰ ਸਖੀ ਸਰਵਰ ਦਾ ਮੇਲਾ ਲੱਗਦਾ। ਸਖੀ ਸਰਵਰ ਦੇ ਮੇਲੇ ਨੂੰ ਕਿਹਾ ਜਾਂਦਾ ਨਿਗਾਹਾਂ ਮੇਲਾ। ਇਹੋ ਜਿਹਾ ਇੱਕ ਹੋਰ ਮੇਲਾ ਲੱਗਦਾ ਵਾ ਲੁਧਿਆਣਾ ਦੇ ਪਿੰਡ ਵਿੱਚ ਪਾਡਲਾ ਦੇ ਵਿੱਚ। ਇੱਥੇ ਵੀ ਸਖੀ ਸਰਵਰ ਜਿਹੜਾ ਪੀਰ ਸੀਗਾ ਉਹਦੀ ਖਾਨਗਾਹ ਦੇ ਉੱਤੇ ਮੇਲਾ ਲੱਗਦਾ, ਤੇ ਜੇਠ ਦੇ ਚਾਨਣ ਪੱਖ ਦੇ ਪਹਿਲੇ ਵੀਰਵਾਰ ਨੂੰ ਇਹ ਮੇਲਾ ਜਿਹੜਾ ਉਹ ਮਨਾਇਆ ਜਾਂਦਾ ਹੈ।
ਹਾਂਜੀ ਬੇਟਾ, ਪੀਰਾਂ ਫਕੀਰਾਂ ਦੇ ਨਾਲ ਜਿਹੜੇ ਸੰਬੰਧਿਤ ਮੇਲੇ ਸੀਗੇ, ਉਹਨਾਂ ਤੋਂ ਬਾਅਦ ਆ ਗਏ ਗੁਰੂ ਸਾਹਿਬਾਂ ਦੀ ਯਾਦ ਵਿੱਚ ਲੱਗਣ ਵਾਲੇ ਮੇਲੇ। ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ। ਪ੍ਰੋਫੈਸਰ ਪੂਰਨ ਸਿੰਘ ਨੇ ਤੇ ਇੱਥੋਂ ਤੱਕ ਕਿਹਾ ਕਿ ਪੰਜਾਬ ਜਿਉਂਦਾ ਹੀ ਜਿਹੜਾ ਉਹ ਗੁਰਾਂ ਦੇ ਨਾਂ 'ਤੇ। ਸੋ ਪੰਜਾਬ ਦੀ ਧਰਤੀ ਦੇ ਉੱਤੇ ਬਹੁਤ ਸਾਰੇ ਇਹੋ ਜਿਹੇ ਸਥਾਨ ਆ ਜਿਹੜੇ ਗੁਰੂਆਂ ਦੇ ਨਾਲ ਸੰਬੰਧਿਤ ਆ, ਅਤੇ ਇਹਨਾਂ ਸਥਾਨਾਂ ਦੇ ਉੱਤੇ ਖਾਸ ਤਿੱਥਾਂ ਨੂੰ ਜਿਹੜੇ ਉਹ ਖਾਸ ਮੇਲੇ ਮਨਾਏ ਜਾਂਦੇ ਆ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਪੱਛਮੀ ਪੰਜਾਬ ਦੇ ਵਿੱਚ ਹਰ ਪੂਰਨਮਾਸ਼ੀ ਨੂੰ ਪੰਜਾ ਸਾਹਿਬ ਵਿੱਚ ਅਤੇ ਕੱਤਕ ਦੀ ਪੂਰਨਮਾਸ਼ੀ ਨੂੰ ਨਨਕਾਣਾ ਸਾਹਿਬ ਦੇ ਵਿੱਚ ਭਾਰੀ ਮੇਲਾ ਲੱਗਿਆ ਕਰਦਾ ਆ। ਲਾਹੌਰ ਵਿੱਚ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਉੱਤੇ ਗੁਰਦੁਆਰਾ ਡੇਰਾ ਸਾਹਿਬ ਦੇ ਵਿੱਚ ਵੀ ਜਿਹੜਾ ਜੋੜ ਮੇਲਾ ਉਹ ਮਨਾਇਆ ਜਾਂਦਾ। ਫਿਰ ਇੱਧਰਲੇ ਪੂਰਬੀ ਪੰਜਾਬ ਦੇ ਵਿੱਚ ਮੁਕਤਸਰ, ਤਰਨ ਤਾਰਨ, ਡੇਰਾ ਬਾਬਾ ਨਾਨਕ ਅਤੇ ਗੁਰਦਾਸਪੁਰ, ਇਹਨਾਂ ਥਾਵਾਂ ਦੇ ਉੱਤੇ ਵੀ ਗੁਰੂ ਸਾਹਿਬ ਦੀ ਯਾਦ ਦੇ ਵਿੱਚ ਮੇਲੇ ਜਿਹੜੇ ਉਹ ਲੱਗਦੇ। ਇਹਨਾਂ ਸਾਰਿਆਂ ਦੇ ਵਿੱਚੋਂ ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਕਿ ਮੁਕਤਸਰ ਦਾ ਮੇਲਾ। ਇਹ ਮੇਲਾ ਮਾਘੀ ਵਾਲੇ ਦਿਨ ਲੱਗਦਾ। ਮੁਕਤਸਰ ਸ਼ਹਿਰ ਵਿੱਚ ਲੱਗਦਾ ਆ। 1705 ਈਸਵੀ ਦੇ ਵਿੱਚ ਮੁਗਲਾਂ ਦੀਆਂ ਫੌਜਾਂ ਗੁਰੂ ਗੋਬਿੰਦ ਸਿੰਘ ਜੀ ਦਾ ਪਿੱਛਾ ਕਰਦੀਆਂ ਮਾਲਵੇ ਦੇ ਇਲਾਕੇ ਵਿੱਚ ਆਈਆਂ। ਉਸ ਵੇਲੇ ਸਿੰਘਾਂ ਨੇ ਜਿਹੜਾ ਖਿਦਰਾਣੇ ਦੀ ਢਾਬ ਜਾਂ ਖਿਦਰਾਣੇ ਦੀ ਤਾਲ ਸੀਗੀ, ਉਹਦੇ ਕੰਢੇ ਦੇ ਉੱਤੇ ਵੈਰੀਆਂ ਦਾ ਮੁਕਾਬਲਾ ਕੀਤਾ ਸੀ। ਇਸੇ ਯੁੱਧ ਵਿੱਚ 40 ਸਿੰਘ ਜਿਹੜੇ ਕਿ ਪਹਿਲਾਂ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਗਏ ਸੀਗੇ, ਵਾਪਸ ਯੁੱਧ ਦੇ ਵਿੱਚ ਸ਼ਾਮਿਲ ਹੋ ਕੇ ਸ਼ਹੀਦ ਹੋਏ। ਸੋ ਇਹਨਾਂ ਸ਼ਹੀਦਾਂ ਨੂੰ ਜਿਹੜਾ ਸੀਗਾ ਮੁਕਤੇ ਕਹਿ ਕੇ ਗੁਰੂ ਸਾਹਿਬ ਨੇ ਸਨਮਾਨਿਤ ਕੀਤਾ ਸੀ। ਇਸ ਕਰਕੇ ਇਸ ਜਗ੍ਹਾ ਦਾ ਨਾਮ ਜਿਹੜਾ ਸੀਗਾ ਖਿਦਰਾਣੇ ਦੀ ਢਾਬ ਤੋਂ ਬਦਲ ਕੇ ਮੁਕਤਸਰ ਪੈ ਗਿਆ। ਮੁਕਤ ਦਾ ਮਤਲਬ ਮੁਕਤੇ ਸ਼ਹੀਦ ਸਿੰਘਾਂ ਤੋਂ, ਸਰ ਕਿਹਾ ਜਾਂਦਾ ਤਲਾਅ ਨੂੰ ਜਾਂ ਢਾਬ ਨੂੰ। ਮਾਘੀ ਵਾਲੇ ਦਿਨ ਸੰਗਤਾਂ ਹੋਮ ਹਮਾ ਕੇ ਇੱਥੇ ਪਹੁੰਚਦੀਆਂ ਅਤੇ ਮੁਕਤਸਰ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰ। ਉਸ ਤੋਂ ਬਾਅਦ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ। ਇਹ ਹੋਲੀ ਤੋਂ ਅਗਲੇ ਦਿਨ ਚੇਤ ਦੀ ਪਹਿਲੀ ਨੂੰ ਮਨਾਇਆ ਜਾਂਦਾ। ਅਨੰਦਪੁਰ ਸਾਹਿਬ ਵਿੱਚ ਕੇਸਗੜ੍ਹ ਦੇ ਸਥਾਨ ਉੱਪਰ ਇਹ ਮੇਲਾ ਜਿਹੜਾ ਲੱਗਦਾ ਆ। ਗੁਰੂ ਸਾਹਿਬ ਜਿਹੜੇ ਸੀ ਕਿ ਉਹ ਖਾਲਸੇ ਨੂੰ ਸ਼ਸਤਰ ਵਿੱਦਿਆ ਅਤੇ ਯੁੱਧ ਕਲਾ ਦੇ ਵਿੱਚ ਨਿਪੁੰਨ ਬਣਾਉਣਾ ਚਾਹੁੰਦੇ ਸੀ। ਸੋ ਇਸ ਪਰਪਜ਼ ਵਾਸਤੇ ਉਹ ਜਿਹੜੇ ਦੋ ਦਲ ਬਣਾ ਲੈਂਦੇ ਸੀ ਜਾਂ ਦੋ ਪਾਰਟੀਜ਼ ਬਣਾ ਲੈਂਦੇ ਸੀ। ਦੋਵਾਂ ਹੀ ਜਿਹੜੇ ਦਲ ਜਾਂ ਪਾਰਟੀਆਂ ਹੁੰਦੀਆਂ ਸੀਗੀਆਂ, ਉਹਨਾਂ ਵਿੱਚ ਮਸਨੂਈ ਲੜਾਈ ਕਰਵਾਈ ਜਾਂਦੀ। ਮਸਨੂਈ ਦਾ ਮਤਲਬ ਨਕਲੀ ਯੁੱਧ। ਅਤੇ ਜਿਹੜੇ ਵੀ ਉਸ ਯੁੱਧ ਦੇ ਵਿੱਚੋਂ ਜਿੱਤਦੇ ਸੀਗੇ, ਉਹਨਾਂ ਬਹਾਦਰ ਯੋਧਿਆਂ ਨੂੰ ਜਿਹੜਾ ਸਰੋਪੇ ਭੇਟ ਕਰਕੇ ਗੁਰੂ ਜੀ ਸਨਮਾਨਿਤ ਕਰਦੇ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਹਰ ਸਾਲ ਅਨੰਦਪੁਰ ਸਾਹਿਬ ਦੇ ਵਿੱਚ ਹੋਲੀ ਤੋਂ ਅਗਲੇ ਦਿਨ ਹੋਲਾ ਮਹੱਲਾ ਜਿਹੜਾ ਉਹ ਕਾਫੀ ਉਤਸ਼ਾਹ ਨਾਲ ਮਨਾਇਆ ਜਾਂਦਾ। ਉਸ ਤੋਂ ਬਾਅਦ ਆ ਤਰਨ ਤਾਰਨ ਦੀ ਮੱਸਿਆ। ਇਹ ਮੱਸਿਆ ਜਿਹੜੀ ਆ ਮਤਲਬ ਹਰ ਮੱਸਿਆ 'ਤੇ ਹੀ ਮੇਲਾ ਲੱਗਦਾ ਆ, ਪਰ ਭਾਦੋਂ ਦੀ ਮੱਸਿਆ ਨੂੰ ਜਿਹੜਾ ਵਾ ਇੱਕ ਵਿਸ਼ੇਸ਼ ਸਥਾਨ ਪ੍ਰਾਪਤ ਆ, ਅਤੇ ਉਸ ਭਾਦੋਂ ਮਹੀਨੇ ਦੀ ਜਿਹੜੀ ਮੱਸਿਆ ਵਾ ਉਦੋਂ ਤਰਨ ਤਾਰਨ ਦੇ ਵਿੱਚ ਭਾਰੀ ਮੇਲਾ ਜਿਹੜਾ ਉਹ ਮਨਾਇਆ ਜਾਂਦਾ। ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੇ ਸਥਾਨਾਂ ਦੇ ਉੱਪਰ ਵੀ ਮੇਲੇ ਲੱਗਦੇ ਆ, ਜਿਵੇਂ ਮੋਰਿੰਡਾ, ਚਮਕੌਰ ਸਾਹਿਬ, ਫਤਿਹਗੜ੍ਹ ਸਾਹਿਬ। ਫਿਰ ਅੱਗੇ ਦੱਸਿਆ ਕਿ ਪੰਜਾਬੀ ਜਿਹੜੇ ਆ ਉਹ ਇਹਨਾਂ ਗੁਰੂ ਸਾਹਿਬਾਂ ਤੋਂ ਇਲਾਵਾ ਆਪਣੇ ਮਹਿਬੂਬ ਪਾਤਰਾਂ ਅਤੇ ਕਵੀਆਂ ਪ੍ਰਤੀ ਵੀ ਸਨੇਹ ਵਾਸਤੇ ਜਾਂ ਸ਼ਰਧਾ ਜਿਹੜੀ ਭਾਵਨਾ ਉਹ ਪ੍ਰਗਟ ਕਰਨ ਵਾਸਤੇ ਮੇਲੇ ਮਨਾਉਂਦੇ ਆ। ਜਗਦੇਵ ਕਲਾਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਹਾਸ਼ਮ ਸ਼ਾਹ ਦੇ ਨਾਲ ਸੰਬੰਧਿਤ ਮੇਲਾ ਲੱਗਦਾ, ਅਤੇ ਲੁਧਿਆਣੇ ਦੇ ਵਿੱਚ ਪ੍ਰੋਫੈਸਰ ਮੋਹਨ ਸਿੰਘ ਦੀ ਯਾਦ ਦੇ ਵਿੱਚ ਇੱਕ ਮੇਲਾ ਮਨਾਇਆ ਜਾਂਦਾ ਹੈ। ਹਾਂਜੀ ਬੇਟਾ, ਪੀਰਾਂ ਫਕੀਰਾਂ ਦੇ ਨਾਲ ਜਿਹੜੇ ਸੰਬੰਧਿਤ ਮੇਲੇ ਸੀਗੇ, ਉਹਨਾਂ ਤੋਂ ਬਾਅਦ ਆ ਗਏ ਗੁਰੂ ਸਾਹਿਬਾਂ ਦੀ ਯਾਦ ਵਿੱਚ ਲੱਗਣ ਵਾਲੇ ਮੇਲੇ। ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ। ਪ੍ਰੋਫੈਸਰ ਪੂਰਨ ਸਿੰਘ ਨੇ ਤੇ ਇੱਥੋਂ ਤੱਕ ਕਿਹਾ ਕਿ ਪੰਜਾਬ ਜਿਉਂਦਾ ਹੀ ਜਿਹੜਾ ਉਹ ਗੁਰਾਂ ਦੇ ਨਾਂ 'ਤੇ। ਸੋ ਪੰਜਾਬ ਦੀ ਧਰਤੀ ਦੇ ਉੱਤੇ ਬਹੁਤ ਸਾਰੇ ਇਹੋ ਜਿਹੇ ਸਥਾਨ ਆ ਜਿਹੜੇ ਗੁਰੂਆਂ ਦੇ ਨਾਲ ਸੰਬੰਧਿਤ ਆ, ਅਤੇ ਇਹਨਾਂ ਸਥਾਨਾਂ ਦੇ ਉੱਤੇ ਖਾਸ ਤਿੱਥਾਂ ਨੂੰ ਜਿਹੜੇ ਉਹ ਖਾਸ ਮੇਲੇ ਮਨਾਏ ਜਾਂਦੇ ਆ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਪੱਛਮੀ ਪੰਜਾਬ ਦੇ ਵਿੱਚ ਹਰ ਪੂਰਨਮਾਸ਼ੀ ਨੂੰ ਪੰਜਾ ਸਾਹਿਬ ਵਿੱਚ ਅਤੇ ਕੱਤਕ ਦੀ ਪੂਰਨਮਾਸ਼ੀ ਨੂੰ ਨਨਕਾਣਾ ਸਾਹਿਬ ਦੇ ਵਿੱਚ ਭਾਰੀ ਮੇਲਾ ਲੱਗਿਆ ਕਰਦਾ ਆ। ਲਾਹੌਰ ਵਿੱਚ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਉੱਤੇ ਗੁਰਦੁਆਰਾ ਡੇਰਾ ਸਾਹਿਬ ਦੇ ਵਿੱਚ ਵੀ ਜਿਹੜਾ ਜੋੜ ਮੇਲਾ ਉਹ ਮਨਾਇਆ ਜਾਂਦਾ। ਫਿਰ ਇੱਧਰਲੇ ਪੂਰਬੀ ਪੰਜਾਬ ਦੇ ਵਿੱਚ ਮੁਕਤਸਰ, ਤਰਨ ਤਾਰਨ, ਡੇਰਾ ਬਾਬਾ ਨਾਨਕ ਅਤੇ ਗੁਰਦਾਸਪੁਰ, ਇਹਨਾਂ ਥਾਵਾਂ ਦੇ ਉੱਤੇ ਵੀ ਗੁਰੂ ਸਾਹਿਬ ਦੀ ਯਾਦ ਦੇ ਵਿੱਚ ਮੇਲੇ ਜਿਹੜੇ ਉਹ ਲੱਗਦੇ। ਇਹਨਾਂ ਸਾਰਿਆਂ ਦੇ ਵਿੱਚੋਂ ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਕਿ ਮੁਕਤਸਰ ਦਾ ਮੇਲਾ। ਇਹ ਮੇਲਾ ਮਾਘੀ ਵਾਲੇ ਦਿਨ ਲੱਗਦਾ। ਮੁਕਤਸਰ ਸ਼ਹਿਰ ਵਿੱਚ ਲੱਗਦਾ ਆ। 1705 ਈਸਵੀ ਦੇ ਵਿੱਚ ਮੁਗਲਾਂ ਦੀਆਂ ਫੌਜਾਂ ਗੁਰੂ ਗੋਬਿੰਦ ਸਿੰਘ ਜੀ ਦਾ ਪਿੱਛਾ ਕਰਦੀਆਂ ਮਾਲਵੇ ਦੇ ਇਲਾਕੇ ਵਿੱਚ ਆਈਆਂ। ਉਸ ਵੇਲੇ ਸਿੰਘਾਂ ਨੇ ਜਿਹੜਾ ਖਿਦਰਾਣੇ ਦੀ ਢਾਬ ਜਾਂ ਖਿਦਰਾਣੇ ਦੀ ਤਾਲ ਸੀਗੀ, ਉਹਦੇ ਕੰਢੇ ਦੇ ਉੱਤੇ ਵੈਰੀਆਂ ਦਾ ਮੁਕਾਬਲਾ ਕੀਤਾ ਸੀ।
ਇਸੇ ਯੁੱਧ ਵਿੱਚ 40 ਸਿੰਘ ਜਿਹੜੇ ਕਿ ਪਹਿਲਾਂ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਗਏ ਸੀਗੇ, ਵਾਪਸ ਯੁੱਧ ਦੇ ਵਿੱਚ ਸ਼ਾਮਿਲ ਹੋ ਕੇ ਸ਼ਹੀਦ ਹੋਏ। ਸੋ ਇਹਨਾਂ ਸ਼ਹੀਦਾਂ ਨੂੰ ਜਿਹੜਾ ਸੀਗਾ ਮੁਕਤੇ ਕਹਿ ਕੇ ਗੁਰੂ ਸਾਹਿਬ ਨੇ ਸਨਮਾਨਿਤ ਕੀਤਾ ਹੈ। ਇਸ ਕਰਕੇ ਇਸ ਜਗ੍ਹਾ ਦਾ ਨਾਮ ਜਿਹੜਾ ਸੀਗਾ ਖਿਦਰਾਣੇ ਦੀ ਢਾਬ ਤੋਂ ਬਦਲ ਕੇ ਮੁਕਤਸਰ ਪੈ ਗਿਆ। ਮੁਕਤ ਦਾ ਮਤਲਬ ਮੁਕਤੇ ਸ਼ਹੀਦ ਸਿੰਘਾਂ ਤੋਂ, ਸਰ ਕਿਹਾ ਜਾਂਦਾ ਤਲਾਅ ਨੂੰ ਜਾਂ ਢਾਬ ਨੂੰ। ਮਾਘੀ ਵਾਲੇ ਦਿਨ ਸੰਗਤਾਂ ਹੋਮ ਹਮਾ ਕੇ ਇੱਥੇ ਪਹੁੰਚਦੀਆਂ ਅਤੇ ਮੁਕਤਸਰ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰ। ਉਸ ਤੋਂ ਬਾਅਦ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ। ਇਹ ਹੋਲੀ ਤੋਂ ਅਗਲੇ ਦਿਨ ਚੇਤ ਦੀ ਪਹਿਲੀ ਨੂੰ ਮਨਾਇਆ ਜਾਂਦਾ। ਅਨੰਦਪੁਰ ਸਾਹਿਬ ਵਿੱਚ ਕੇਸਗੜ੍ਹ ਦੇ ਸਥਾਨ ਉੱਪਰ ਇਹ ਮੇਲਾ ਜਿਹੜਾ ਲੱਗਦਾ ਆ। ਗੁਰੂ ਸਾਹਿਬ ਜਿਹੜੇ ਸੀ ਕਿ ਉਹ ਖਾਲਸੇ ਨੂੰ ਸ਼ਸਤਰ ਵਿੱਦਿਆ ਅਤੇ ਯੁੱਧ ਕਲਾ ਦੇ ਵਿੱਚ ਨਿਪੁੰਨ ਬਣਾਉਣਾ ਚਾਹੁੰਦੇ ਸੀ। ਸੋ ਇਸ ਪਰਪਸ ਵਾਸਤੇ ਉਹ ਜਿਹੜੇ ਦੋ ਦਲ ਬਣਾ ਲੈਂਦੇ ਸੀ ਜਾਂ ਦੋ ਪਾਰਟੀਜ਼ ਬਣਾ ਲੈਂਦੇ ਸੀ। ਦੋਵਾਂ ਹੀ ਜਿਹੜੇ ਦਲ ਜਾਂ ਪਾਰਟੀਆਂ ਹੁੰਦੀਆਂ ਸੀਗੀਆਂ ਉਹਨਾਂ ਵਿੱਚ ਮਸਨੂਈ ਲੜਾਈ ਕਰਵਾਈ ਜਾਂਦੀ। ਮਸਨੂਈ ਦਾ ਮਤਲਬ ਨਕਲੀ ਯੁੱਧ। ਅਤੇ ਜਿਹੜੇ ਵੀ ਉਸ ਯੁੱਧ ਦੇ ਵਿੱਚੋਂ ਜਿੱਤਦੇ ਸੀਗੇ ਉਹਨਾਂ ਬਹਾਦਰ ਯੋਧਿਆਂ ਨੂੰ ਜਿਹੜਾ ਸਰੋਪੇ ਭੇਟ ਕਰਕੇ ਗੁਰੂ ਜੀ ਸਨਮਾਨਿਤ ਕਰਦੇ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਹਰ ਸਾਲ ਅਨੰਦਪੁਰ ਸਾਹਿਬ ਦੇ ਵਿੱਚ ਹੋਲੀ ਤੋਂ ਅਗਲੇ ਦਿਨ ਹੋਲਾ ਮਹੱਲਾ ਜਿਹੜਾ ਉਹ ਕਾਫੀ ਉਤਸ਼ਾਹ ਨਾਲ ਮਨਾਇਆ ਜਾਂਦਾ। ਉਸ ਤੋਂ ਬਾਅਦ ਆ ਤਰਨ ਤਾਰਨ ਦੀ ਮੱਸਿਆ। ਇਹ ਮੱਸਿਆ ਜਿਹੜੀ ਆ ਮਤਲਬ ਹਰ ਮੱਸਿਆ 'ਤੇ ਹੀ ਮੇਲਾ ਲੱਗਦਾ ਆ, ਪਰ ਭਾਦੋਂ ਦੀ ਮੱਸਿਆ ਨੂੰ ਜਿਹੜਾ ਵਾ ਇੱਕ ਵਿਸ਼ੇਸ਼ ਸਥਾਨ ਪ੍ਰਾਪਤ ਆ ਅਤੇ ਉਸ ਭਾਦੋਂ ਮਹੀਨੇ ਦੀ ਜਿਹੜੀ ਮੱਸਿਆ ਵਾ ਉਦੋਂ ਤਰਨ ਤਾਰਨ ਦੇ ਵਿੱਚ ਭਾਰੀ ਮੇਲਾ ਜਿਹੜਾ ਉਹ ਮਨਾਇਆ ਜਾਂਦਾ। ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੇ ਸਥਾਨਾਂ ਦੇ ਉੱਪਰ ਵੀ ਮੇਲੇ ਲੱਗਦੇ ਆ, ਜਿਵੇਂ ਮੋਰਿੰਡਾ, ਚਮਕੌਰ ਸਾਹਿਬ, ਫਤਿਹਗੜ੍ਹ ਸਾਹਿਬ। ਫਿਰ ਅੱਗੇ ਦੱਸਿਆ ਕਿ ਪੰਜਾਬੀ ਜਿਹੜੇ ਆ ਉਹ ਇਹਨਾਂ ਗੁਰੂ ਸਾਹਿਬਾਂ ਤੋਂ ਇਲਾਵਾ ਆਪਣੇ ਮਹਿਬੂਬ ਪਾਤਰਾਂ ਅਤੇ ਕਵੀਆਂ ਪ੍ਰਤੀ ਵੀ ਸਨੇਹ ਵਾਸਤੇ ਜਾਂ ਸ਼ਰਧਾ ਜਿਹੜੀ ਭਾਵਨਾ ਉਹ ਪ੍ਰਗਟ ਕਰਨ ਵਾਸਤੇ ਮੇਲੇ ਮਨਾਉਂਦੇ ਆ। ਜਗਦੇਵ ਕਲਾਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਹਾਸ਼ਮ ਸ਼ਾਹ ਦੇ ਨਾਲ ਸੰਬੰਧਿਤ ਮੇਲਾ ਲੱਗਦਾ ਅਤੇ ਲੁਧਿਆਣੇ ਦੇ ਵਿੱਚ ਪ੍ਰੋਫੈਸਰ ਮੋਹਨ ਸਿੰਘ ਦੀ ਯਾਦ ਦੇ ਵਿੱਚ ਇੱਕ ਮੇਲਾ ਮਨਾਇਆ ਜਾਂਦਾ ਹੈ।